नाल संगतां चरनी सीस निवा के चली जांदी नहीं होता बनराली मुखड़े दी सजया खा जाने समानो धरती उत्ते आके रत्ते नाम दे विच गुरसिख माला फेर दे बैठे विच संगत दे संत स्वरूप बना के जिन्ना कल नूं विच मदाने ते गावोनियां सच्चिया खा बैठे विच सभा दे मुसीबत चढ़ा के कल नूं विच मदाने ते गावोनियां बैठे विच सभा दे मुसीबत चढ़ा के दादी नत्था ते अब्दुल्ला वारा गाउंदे ने सच्चिया खा पहर गुरां दी विच हजूरी आके ढाडी नत्था ते अब्दुल्ला वारा गाउंदे ने तीजे पहर गुरां दी विच हजूरी आके जंदे झूलण तो से वजन तख्त अकाल दे सच्चिया खा शिकार खेड दे फौजा नाल चढ़ा के डंडे झूलण तो से वजन तख्त अकाल दे कदे शिकार खेड दे फौजा नाल चढ़ा के केड़ियां केड़ियां सिफतां गावां मैं कुलवंत सिया सच्चिया खा बैठा आप रब है मान स्वरूप बना के बैठा आप रब है मान स्वरूप बना हथ बनदा ते दस अर्जा करदा तेरियां संगते मेरियां सब संगत कह दो वाहिगुरू दसां दी फेर बेनती गज के कह दो वाहिगुरू जी श्री वाहिगुरू वाहिगुरू समुची कायनात दे सरवर कुल जहान दे वाली साहिब कमाल जबर छतर तखत दे मालिक सतगुरु
ਸਾਹਿਬ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਜਗਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਲਾਹੀ ਅਤੇ ਅਗੰਮੀ ਜੋਤ ਦੇ ਛੇਵੇਂ ਵਾਰਿਸ, ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮੇ ਜੋਧੇ ਸਤਿਗੁਰੂ ਸ੍ਰੀ ਅਕਾਲ ਤਖਤ ਸਾਹਿਬ ਕੇ ਸਿਰਜਕ ਸਾਹਿਬ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਮਹਾਬਲੀ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਢਾਡੀ ਕਲਾ ਦੀ ਇਸ ਵਡਮੁੱਲੀ ਅਤੇ ਉੱਤਮ ਸੰਗੀਤਕ ਰਵਾਇਤ ਰਾਹੀਂ ਸਤਿਗੁਰਾਂ ਦੇ ਜੀਵਨ ਇਤਿਹਾਸ ਦੇ ਕੁਝ ਕੁ ਪਹਿਲੂ ਅਤੇ ਕੁਝ ਕੁ ਚੋਜ ਮੇਰੇ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਜੀ ਦੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਇਸ ਢਾਡੀ ਕਲਾ ਦੇ ਰਾਹੀਂ ਸੰਗਤ ਦੇ ਸਨਮੁਖ ਪ੍ਰਾਰੰਭ ਕਰਨ ਤੋਂ ਪਹਿਲਾਂ ਕੁਝ ਕਹਿਣ ਦੀ ਅਸੀਸ ਬਖਸ਼ੋ। ਖਾਲਸਾਈ ਰਵਾਇਤ ਰਾਹੀਂ ਫਤਿਹ ਅਰਜ਼ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸਾਂ ਤੋਂ ਪਹਿਲਾਂ ਗੁਰੂ ਖਾਲਸਾ ਪੰਥ ਅੰਦਰ ਸੰਗਤ ਦਾ ਸਤਿਕਾਰਿਆ ਅਤੇ ਨਵਾਜਿਆ ਹੋਇਆ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਜੀ ਮੌਜੀ, ਜਿਨ੍ਹਾਂ ਨੂੰ ਸਵਰਗਵਾਸੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਤਿੰਨਾਂ ਦੀ ਵੰਸ਼ ਵਿੱਚੋਂ ਹੋਣ ਦਾ ਮਾਣ ਹਾਸਲ ਹੈ। ਤਿੰਨਾਂ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਸਿਧਾਂਤਕ ਪਹਿਲੂ ਦਾ ਅਤੇ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਇਸ ਸੰਸਾਰ ਉੱਪਰ ਅਤੇ ਸਿੱਖ ਧਰਮ ਦੇ ਅੰਦਰ ਸਤਿਕਾਰੀ ਗਈ ਉਸ ਢਾਡੀ ਕਲਾ ਦਾ ਮਹਾਨ ਜ਼ਿਕਰ ਆਪ ਜੀ ਦੇ ਸਨਮੁਖ ਕੀਤਾ। ਗਿਆਨੀ ਜੀ ਦੇ ਵੱਲੋਂ ਇਸ ਜੋ ਪ੍ਰਕਰਨ ਉਹਨਾਂ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ, ਇਸੇ ਹੀ ਇਤਿਹਾਸਕ ਪ੍ਰਕਰਨ ਨੂੰ ਅਗਾਂਹ ਅਗੇਤਰ ਤੋਰਦਿਆਂ ਹੋਇਆਂ ਮੈਂ ਛੇਵੇਂ ਸਤਿਗੁਰਾਂ ਦੇ ਜੀਵਨ ਇਤਿਹਾਸ ਦੇ ਕੁਝ ਕਚੋਜ ਆਪ ਜੀ ਦੇ ਨਾਲ ਸਾਂਝੇ ਕਰਾਂਗਾ, ਜੋ ਕਿ ਦਾਸ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਆਯੋਜਿਤ ਹੋਏ ਇਸ ਢਾਡੀ ਦਰਬਾਰ ਦੇ ਆਯੋਜਿਤਕਾਰਾਂ ਵੱਲੋਂ ਅਤੇ ਸਿੰਘ ਸਾਹਿਬ ਮਾਨਯੋਗ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹ ਢਾਡੀ ਦਰਬਾਰ ਆਯੋਜਿਤ ਕੀਤਾ ਗਿਆ। ਸੋ ਸਤਿਕਾਰਯੋਗ ਵੀਰਾਂ ਦੇ ਵੱਲੋਂ ਦਾਸ ਦੇ ਢਾਡੀ ਜਥੇ ਨੂੰ ਜੋ ਵਿਸ਼ਾ ਮਿਲਿਆ ਹੈ, ਜਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬੰਦੀ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਸਤਿਗੁਰੂ ਮਹਾਰਾਜ ਜੀ ਦੀ ਉਹ ਵਡਿਆਈ ਅਤੇ ਸਤਿਗੁਰੂ ਮਹਾਰਾਜ ਜੀ ਦੀ ਉਹ ਸ਼ੋਹਰਤ ਬੰਦੀ ਛੋੜ ਦਾਤੇ ਵਜੋਂ ਜਦੋਂ ਸਤਿਗੁਰੂ ਮਹਾਰਾਜ ਸਮੁੱਚੇ ਇਤਿਹਾਸ ਅਤੇ ਸੰਸਾਰ ਅੰਦਰ ਸਤਿਗੁਰੂ ਜੀ ਪ੍ਰਸਿੱਧ ਹੋਏ, ਉਸ ਚੋਜ ਨੂੰ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗੁਰੂ ਪਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਉਪਰੰਤ ਗੁਰਿਆਈ ਉੱਪਰ ਬਿਰਾਜਮਾਨ ਹੋਏ। ਸਤਿਗੁਰਾਂ ਦੇ 49 ਸਾਲਾ ਜੀਵਨ ਇਤਿਹਾਸ ਨੂੰ ਲਿਖਣ ਵਾਲੇ, ਮਾਫ ਕਰਨਾ 49 ਸਾਲਾ ਜੀਵਨ ਇਤਿਹਾਸ ਦੇ ਇਤਿਹਾਸਕ ਪਹਿਲੂਆਂ ਦਾ ਪਹਿਲੀ ਵਾਰ ਜ਼ਿਕਰ ਕਰਨ ਵਾਲੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੀ ਤਖਤ ਨਸ਼ੀਨੀ ਦੀ ਉਸ ਵਾਰ ਵਿੱਚ ਮਹਾਰਾਜ ਨੂੰ ਦਲ ਭੰਜਨ ਗੁਰ ਸੂਰਮਾ ਕਹਿ ਕਰਕੇ ਵਡਿਆਇਆ। ਮਹਾਬਲੀ ਸਤਿਗੁਰਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਦੋਂ ਸੰਪੂਰਨ ਕੀਤੀ ਗਈ, ਇਸ ਬਾਬਤ ਡਾਕਟਰ ਗੰਡਾ ਸਿੰਘ ਜੀ ਆਪਣੀ ਕਿਤਾਬ ਜੋ ਉਹਨਾਂ ਨੇ ਸਿੱਖ ਇਤਿਹਾਸ, ਜਿਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਨਾਲ ਸਾਂਝ ਬਣਾ ਕਰਕੇ ਉਹਨਾਂ ਨੇ ਇਹ ਸਮੁੱਚੇ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਦੇ ਇਸ ਪਹਿਲੂਆਂ ਨੂੰ ਬਿਆਨ ਕਰਦੀ ਹੋਈ ਕਿਤਾਬ ਲਿਖੀ। ਡਾਕਟਰ ਗੰਡਾ ਸਿੰਘ ਜੀ ਛੇਵੇਂ ਸਤਿਗੁਰਾਂ ਦੀ ਜੀਵਨੀ ਅੰਦਰ ਲਿਖਦੇ ਨੇ ਕਿ 1609 ਈਸਵੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਕੀਤੀ ਤੇ ਕੌਮ ਦੇ ਮਹਾਨ ਢਾਡੀ ਗਿਆਨੀ ਕੁਲਵੰਤ ਸਿੰਘ ਜੀ ਬੀਏ, ਜਿਨ੍ਹਾਂ ਨੇ ਆਪਣੇ ਲੈਕਚਰਾਂ ਦੇ ਅੰਦਰ ਇਹ ਗੱਲ ਸਾਂਝੀ ਕੀਤੀ ਕਿ ਪੰਜਵੇਂ ਸਤਿਗੁਰਾਂ ਦੀ ਸ਼ਹਾਦਤ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਗਈ। ਗੁਰਬਲਾਸ ਪਾਤਸ਼ਾਹੀ ਛੇਵੀਂ ਦੇ ਕਰਤਾ ਅਨੁਸਾਰ किसी राज नह हाथ लगायो बुढ़े और गुरदास बनायो। श्री अकाल तख्त साहब दी मोड़ी गड्डी गई कहण तो भाव नींह रखी गई अते संपूर्णता 1609 ईस्वी ਨੂੰ ਹੋਈ। ਇਸੇ ਸਮੇਂ ਦੇ ਦੌਰਾਨ ਹੀ ਢਾਡੀ ਕਲਾ ਦਾ ਆਗਾਜ਼ ਸਿੱਖ ਪੰਥ ਦੇ ਵਿੱਚ ਹੋਇਆ। ਜਦੋਂ ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਦੇ ਕਹਿਣ ਅਨੁਸਾਰ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਫੌਜਾਂ ਤਿਆਰ ਕਰ ਲਈਆਂ, ਜਦੋਂ ਇਹਨਾਂ ਸਿੱਖ ਫੌਜਾਂ ਨੂੰ ਪੰਜ ਸਿੱਖ ਜਥੇਦਾਰਾਂ ਦੀ ਜਥੇਦਾਰੀ ਪ੍ਰਾਪਤ ਹੋ ਗਈ, ਉਹ ਜਥੇਦਾਰ ਜਿਨ੍ਹਾਂ ਦੇ ਇਤਿਹਾਸ ਵਿੱਚ ਨਾਮ ਨੇ ਬਹਾਦਰ ਬਾਬਾ ਬਿਧੀ ਚੰਦ, ਝਬਾਲ ਪਰਗਣੇ ਦੇ ਚੌਧਰੀ ਬਾਬਾ ਲੰਗਾ ਜੀ, ਸਿੱਧਵਾਂ ਦੇ ਰਹਿਣ ਵਾਲੇ ਬਾਬਾ ਜੇਠਾ ਜੀ, ਬਾਬਾ ਪਿਆਰਾ ਜੀ, ਬਾਬਾ ਪੁਰਾਣਾ ਜੀ,
करदी दे हेठ जदों सिख फौज बलवान हुई, सिख कौम दे अंदर रूहानीयत दे नाल हुण सूरबीरता दा जो जज्बा ये भी अपने समय दे नाल ते सतगुरां दे सोहज दे नाल प्रचंड होया। तां साध संगत जी, उधर बादशाह जहांगीर जो 1605 ईस्वी नूं तखत ते बैठा अपनी राजधानी आगरे दे विच बैठ करके सिख पंथ दी ताकत नूं पस्त करन वास्ते सोचां लड़ाउण लगा। इधर श्री अकाल तख्त साहब की सिरजना हुई। श्री अकाल तख्त साहब की सिरजना दे नाल हिंदुस्तान की धरती उपर तख्त के टाकरे उपर एक तख्त सिरजिया गया। एक म्यान दे विच दो तलवारां नहीं रह सकदियां, एक सल्तनत दा एक तो वध हाकम नहीं रह सकदा, एक सरजमीन ते एक खिते विच एक सल्तनत दे विच एक तो वध तख्त नहीं रह सकदा। जे दो तख्त रहणगे दोनां तख्तां दा टकरा आपस विच जरूरी है। पातशाह ने भांप लिया जो अकाल दा तख्त साजिया है इहदा टाकरा अगाह दुनियावी तख्तां नाल होवेगा। उस अगाह दे टाकरे दे वास्ते गुरु हरगोबिंद पातशाह महाराज जी ने मीरी दे सरोकार नूं मुख रख करके सिख फौज की उसारी की। जदों इधर सिख फौज अकाल तख्त साहब दे सोझ नाल ते ढाडी सिखां दे वल्लों वीर रसी वारां सरवण करके जदों सिखां दे विच वीर रस भी साकार हो गया, सिख शक्ति अपने शिखर ते पहुंच गई। हुण किसे भी समय जालम दी जड़ पुट्टण वास्ते सिख जिन्हां ने शहजादा खुसरो दी तख्त नशीनी वास्ते इमदाद कीती सी, इन्हां तमाम राजियां नूं जिहदे विचों तारा चंद कहलूरिया ते हिम्मत चंद हंडूरीए दा नाम खास करके आउंदा है। इतिहाद इन्हां 50 दे करीब इन्हां राजियां नूं बादशाह जहांगीर ने ग्वालियर दी कैद विच ढकिया, जो 300-400 फुट उच्ची पहाड़ी की ठेरी उपर बनया होया, जिन्हों डॉक्टर एलेक्जेंडर कनिंगम कहंदा कि यह धरती के उपर आकाश का थंम है। इन्ना उच्चा इन्नी उच्ची चोटी ते बनया होया यह ग्वालियर का किला, जिहदे विच पहलां इन्हां राजियां नूं खुसरो की इमदाद करन दे दोष विच कैद कीता। हुण बाद विच श्री गुरु हरगोबिंद पातशाह महाराज जी की वाधी हुई ताकत नूं देख करके जहांगीर सहार ना सकिया। उन्हें श्री अमृतसर साहब जिस सूबे विच पैंदा वो सूबा है लाहौर, लाहौर दे सूबेदार बदलने शुरू कर दिते। पंजवें सतगुरां दी शहादत तो बाद मुर्तजा खान नूं गुजरात भेजिया ते सैयद बेग नूं लाहौर दा सूबेदार थापिया। सैयद बेग ने 1607 अप्रैल महीने तक सूबेदारी की। फिर सैयद खान नूं बदल करके इत्थे कुलंज खान नूं सूबेदार थाप दिता। सूबेदार कुलंज खान ने 1607 तो लैके 1610 दे जून जुलाई महीने तक सूबेदारी की। अंत जुलाई दे अंत विच ते 1610 ईस्वी नूं मुर्तजा खान नूं फिर बादशाह जहांगीर ने इत्थे जदों वेखिया कि हुण 1609 नूं अकाल तख्त साहब सिरजिया, एक साल बाद क्योंकि शक्ति सिखां दी हदों परे हो चुकी सी, जुल्म दे टाकरे वास्ते तैयार सी, जहांगीर ने भांप लिया कि हुण इस शक्ति नूं पस्त करन वास्ते मुर्तजा खान नूं लाहौर दा सूबेदार थापना चाहिए। हुण मुर्तजा खान लाहौर दा सूबेदार थापिया गया। उन्हें अपनी इस बदनीति के तहत हुण सिख कौम दे नाल इट खड़का करना, गुरु दरबार दे नाल इट खड़का लेना शुरू कर दिता। उन्हें इट खड़के की शुरुआत किवें कीती? उन्हें शुरुआत साध संगत जी इवें कीती, उन्हें मना मूही अते कुछ क सिखां दी ताकत नूं देख करके एक रिपोर्ट तैयार की। इस रिपोर्ट विच सिखां दी शक्ति दा गुणगान कीता ते गुरु हरगोबिंद पातशाह महाराज वालों गुरु दरबार विच धाड़वियां नूं पनाह देण दा एक झूठा ते कोझा जिक्र कीता। इस तो अलावा हथियारबंद शक्ति दा चंगे चंगे घोड़े रखण दा सिखां वालों यह जिक्र मुर्तजा खान ने कीता। इस चिट्ठी नूं उसने वजीर खां अते गुंचा बेग, जिसनों ज्ञानी सोहन सिंह सीतल जी ने अपने प्रसंग अंदर किंच बेग भी लिखिया। सो मुकदी गल प्रिंसीपल सतबीर सिंह दे कहण अनुसार वजीर खान अते गुंचा बेग दे हाथ विच यह परवाना बादशाह जहांगीर दे कोल आगरे भेजिया। जदों यह परवाना बादशाह जहांगीर ने पढ़िया, उहदे अगे ही मन दे विच खार सी
ਉਹਨੇ ਸਮੁੱਚੀ ਆਪਣੀ ਹਕੂਮਤ ਦੇ ਅੱਗੇ ਇਹ ਬਹਾਨਾ ਲਾਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੋਂ ਕੋਈ ਜੁਰਮਾਨਾ ਵਸੂਲ ਕਰਨ ਵਾਲਾ ਰਹਿ ਗਿਆ ਸੀ। ਉਹ ਜੁਰਮਾਨਾ ਵਸੂਲ ਕਰਨ ਵਾਸਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ। ਸਿੱਧਾ ਗ੍ਰਿਫਤਾਰੀ ਦਾ ਹੁਕਮ ਨਹੀਂ ਦਿੱਤਾ। ਹੁਣ ਜਹਾਂਗੀਰ ਨੇ ਇੱਥੋਂ ਹੀ ਭੌਂਦੇ ਪੈਰੀ ਵਜ਼ੀਰ ਖਾਨ ਅਤੇ ਗੁੰਚਾ ਬੇਗ ਨੂੰ ਆਗਰੇ ਤੋਂ ਵਾਪਸ ਪੰਜਾਬ ਭੇਜਿਆ। ਪੰਜਾਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਰਜ਼ਮੀਨ ਤੇ ਆ ਕਰਕੇ ਇਹਨਾਂ ਦੋਵਾਂ ਅਹਿਲਕਾਰਾਂ ਨੇ ਛੇਵੇਂ ਸਤਿਗੁਰਾਂ ਦੇ ਸਾਹਮਣੇ ਇਹ ਹੱਥ ਜੋੜ ਕਰਕੇ ਬੇਨਤੀ ਕੀਤੀ। ਹੱਥ ਜੋੜ ਕਰਕੇ ਤਾਂ ਕਿਉਂਕਿ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ। ਅਲੀਉਦੀਨ ਇਸ ਦਾ ਨਾਮ ਸੀ। ਚਨਿਓਟ ਝੰਗ ਦੇ ਇਲਾਕੇ ਦਾ ਰਹਿਣ ਵਾਲਾ ਸੀ, ਪੰਜਾਬੀ ਸੀ ਤੇ ਮੁਸਲਮਾਨ ਸੀ। ਗੁਰੂ ਘਰ ਦਾ ਸ਼ਰਧਾਲੂ ਸੀ, ਅੰਦਰੋਂ ਅੰਦਰ ਸ਼ਰਧਾ ਰੱਖਦਾ ਸੀ। ਇਹਨੇ ਆਖਿਆ ਬਾਦਸ਼ਾਹ ਜਹਾਂਗੀਰ ਦੇ ਵੱਲੋਂ ਆਪ ਨੂੰ ਆਗਰੇ ਬੁਲਾਉਣ ਦਾ ਇਹ ਪਰਵਾਨਾ ਆਇਆ, ਆਪ ਜੀ ਆਗਰੇ ਚੱਲੋ। ਵਜ਼ੀਰ ਖਾਨ ਦੀ ਗੱਲ ਮੰਨ ਕੇ ਆਪਣੇ ਨਿਕਟਵਰਤੀ ਸਿੱਖਾਂ ਦੀ ਹਦਾਇਤ ਮੰਨ ਕਰਕੇ ਮਾਤਾ ਗੰਗਾ ਜੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਰੂਰੀ ਭਵਿੱਖਤ ਹਦਾਇਤਾਂ ਦੇ ਕਰਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਗਰੇ ਵੱਲ ਨੂੰ ਰਵਾਨਾ ਹੋਏ। ਦਿੱਲੀ ਜਾ ਕਰਕੇ ਮਜਨੂ ਦੇ ਟਿੱਲੇ ਉੱਪਰ ਡੇਰਾ ਕੀਤਾ। ਇੱਥੇ ਇੱਕ ਫਕੀਰ ਸਿਕੰਦਰ ਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਮਿਲਦਾ। ਫਕੀਰ ਸਿਕੰਦਰ ਸ਼ਾਹ ਨੇ ਗੁਰਸਿੱਖੀ ਜੀਵਨ ਦਾ ਵੱਲ ਪੁੱਛਿਆ। ਮੈਂ ਇੱਥੇ ਇਸ ਸਾਖੀ ਦਾ ਵਿਸਥਾਰ ਨਹੀਂ ਕਰਾਂਗਾ ਕਿਉਂਕਿ ਸਮਾਂ ਸੀਮਤ ਹੈ। ਸਿਕੰਦਰ ਸ਼ਾਹ ਫਕੀਰ ਦੇ ਜਿੰਨੇ ਵੀ ਸ਼ੰਕੇ ਸਨ ਸਤਿਗੁਰਾਂ ਨੇ ਜੋ ਸਨ ਉਹਦੇ ਸਨਮੁਖ ਉਹਦੇ ਸਵਾਲਾਂ ਦਾ ਜਵਾਬ ਰੱਖਿਆ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮਜਨੂ ਦੇ ਟਿੱਲੇ ਤੋਂ ਹੁਣ ਆਗਰੇ ਵੱਲ ਨੂੰ ਰਵਾਨਾ ਹੋਏ। ਦਿੱਲੀ ਅਤੇ ਆਗਰੇ ਦੀ ਕੇਂਦਰੀ ਸਰਜ਼ਮੀਨ ਤੇ ਬਾਦਸ਼ਾਹ ਜਹਾਂਗੀਰ ਦੇ ਨਾਲ ਸਤਿਗੁਰਾਂ ਦੀ ਮੁਲਾਕਾਤ ਹੋਈ। ਇੱਥੇ ਇਸੇ ਹੀ ਮੁਲਾਕਾਤ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਅੰਦਾਜ਼ਾ ਲਗਾਇਆ। ਉਹਦੇ ਅੰਦਾਜ਼ੇ ਨੂੰ ਹੋਰ ਪੁਖਤਾ ਕੀਤਾ ਮੁਰਤਜ਼ਾ ਖਾਨ ਦੀ ਇੱਕ ਹੋਰ ਚਿੱਠੀ ਨੇ। ਇਸ ਮੁਲਾਕਾਤ ਤੋਂ ਬਾਅਦ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਮੁਰਤਜ਼ਾ ਖਾਨ ਨੇ ਇੱਕ ਚਿੱਠੀ ਲਿਖੀ ਕਿ ਇਹ ਸਿੱਖਾਂ ਦਾ 6ਵਾਂ ਗੁਰੂ ਹੁਣ ਤੁਹਾਡੇ ਕੋਲ ਹੈ, ਹੁਣ ਇਸ ਸਮੇਂ ਤੁਹਾਡੇ ਨਜ਼ਦੀਕ ਹੈ ਤੇ ਇਸ ਦੀ ਸ਼ਕਤੀ ਦਾ ਅੰਦਾਜ਼ਾ ਲਗਾ ਕਰਕੇ ਜੰਗ ਵਿੱਚ ਜਿੱਤਣਾ ਇਹਨਾਂ ਨੂੰ ਮੁਨਾਸਿਬ ਨਹੀਂ। ਜ਼ਰੂਰੀ ਇਹ ਹੋਵੇਗਾ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਪਹਾੜੀ ਰਾਜਿਆਂ ਨੂੰ ਤੇ ਰਾਜਪੂਤ ਰਾਜਿਆਂ ਨੂੰ ਕੈਦ ਕੀਤਾ, ਉਸੇ ਹੀ ਕਿਲੇ ਦੇ ਵਿੱਚ ਸਿੱਖਾਂ ਦੇ ਇਸ ਸਤਿਗੁਰੂ ਨੂੰ ਵੀ ਕੈਦ ਕੀਤਾ ਜਾਵੇ। ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਆਪਣੇ ਏਲਚੀਆਂ ਨੂੰ ਹੁਕਮ ਦੇ ਦਿੱਤਾ। ਉਹਦੇ ਅਹਿਲਕਾਰਾਂ ਨੇ ਉਹਦੇ ਅਹਿਦੀਆਂ ਨੇ ਆਪਣੇ ਬਾਦਸ਼ਾਹ ਦਾ ਹੁਕਮ ਪਾ ਕਰਕੇ ਸਤਿਗੁਰਾਂ ਨੂੰ ਆਗਰੇ ਤੋਂ ਗਵਾਲੀਅਰ ਜਾ ਕਰਕੇ ਕੈਦ ਕਰ ਦਿੱਤਾ। ਇੱਥੋਂ ਹੁਣ ਚੰਦੂ ਵਰਗਿਆਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਗਏ ਨੇ। ਸਤਿਗੁਰਾਂ ਦੀ ਕੈਦ ਦਾ ਸੁਣ ਕਰਕੇ ਸਿੱਖ ਭੜਕ ਨਾ ਜਾਣ, ਉਹਨੇ ਝੂਠੀ ਇੱਕ ਗੱਲ ਉਡਾ ਦਿੱਤੀ ਜਿਹਨੂੰ ਅੱਜ ਤੱਕ ਸੰਗਤ ਦੇ ਵਿੱਚ ਪ੍ਰਚਾਰਿਆ ਵੀ ਜਾਂਦਾ ਰਿਹਾ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਉਹਨੇ ਝੂਠੀ ਗੱਲ ਇਹ ਉਡਾ ਦਿੱਤੀ ਕਿ ਬਾਦਸ਼ਾਹ ਜਹਾਂਗੀਰ ਬਿਮਾਰ ਹੈ, ਉਹ ਆਪਣੀ ਬਿਮਾਰੀ ਤੋਂ ਨਿਜਾਤ ਚਾਹੁੰਦਾ ਹੈ। ਉਹਨੂੰ ਕਿਸੇ ਨਜੂਮੀ ਨੇ ਦੱਸਿਆ ਕਿ ਸਿੱਖਾਂ ਦੇ ਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਸੱਦ ਕਰਕੇ ਤਪ ਕਰਵਾਓ ਤੇ ਤੁਹਾਡੀ ਬਿਮਾਰੀ ਹੈ, ਜੋ ਤੁਹਾਡਾ ਰੋਗ ਹੈ, ਉਹ ਦੂਰ ਹੋਵੇਗਾ। ਸਿੱਖ ਇਤਿਹਾਸ ਦੇ ਮੁੱਢਲੇ ਗੁਰਮੁਖੀ ਸਰੋਤਾਂ ਨੇ ਵੀ ਇਸ ਗੱਲ ਦੀ ਸ਼ਾਹਦੀ ਭਰੀ, ਪਰ ਇਹ ਮੁਕੰਮਲ ਤੌਰ ਤੇ ਉਸ ਪਾਪੀ ਚੰਦੂ ਦੀ ਸ਼ਰਾਰਤ ਸੀ ਕਿ ਸਿੱਖਾਂ ਦੇ ਵਿੱਚ ਰੋਹ ਨਾ ਵਿਆਪ ਜਾਏ। ਪਰ ਉਸ ਸਮੇਂ ਸਿੱਖ ਇੰਨੇ ਬੇਵਕੂਫ ਨਹੀਂ ਸਨ, ਸਿੱਖ ਵਿਵੇਕੀ ਸਨ ਜਿਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਦੀ ਸਰਪ੍ਰਸਤੀ ਅਤੇ ਹਦਾਇਤ ਹਾਸਲ ਸੀ। ਇਹਨਾਂ ਵਿਵੇਕੀ ਸਿੱਖਾਂ ਨੇ ਚੰਦੂ ਦੀ ਗੱਲ ਉੱਪਰ ਰੱਤਾ ਭਰ ਵੀ ਯਕੀਨ ਨਾ ਕੀਤਾ। ਸਾਧ ਸੰਗਤ ਜੀ, ਹੁਣ ਅਗਾਂਹ ਪ੍ਰਕਰਨ ਕਿਵੇਂ ਚੱਲਿਆ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ। ਇਤਿਹਾਸ ਨੇ ਜ਼ਿਕਰ ਕੀਤਾ ਸਤਿਗੁਰਾਂ ਨੂੰ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ, ਅੰਮ੍ਰਿਤਸਰ ਤੋਂ ਗਵਾਲੀਅਰ ਤੱਕ ਮਹਾਰਾਜ ਜੀ ਦੇ ਨਾਲ ਕਈ ਸਿੱਖ ਵੀ ਗਏ, ਜਿਨ੍ਹਾਂ ਵਿੱਚੋਂ ਖਾਸ ਕਰਕੇ ਮਹਾਰਾਜ ਦੇ ਨਿਕਟਵਰਤੀ ਸਿੱਖਾਂ ਦਾ ਵੀ ਜ਼ਿਕਰ ਆਉਂਦਾ ਹੈ। ਮਹਾਰਾਜ ਨੇ ਉਹਨਾਂ ਨਿਕਟਵਰਤੀ ਸਿੱਖਾਂ ਨੂੰ ਸਤਿਗੁਰਾਂ ਨੇ ਹਦਾਇਤ ਕੀਤੀ, ਸਾਡੇ ਤੋਂ ਬਾਅਦ ਤੁਸੀਂ ਸਿੱਖ ਸ਼ਕਤੀ ਨੂੰ ਸੰਗਠਿਤ ਰੱਖਣਾ, ਸਿੱਖ ਸ਼ਕਤੀ ਨੂੰ ਖਿੰਡਣ ਨਹੀਂ ਦੇਣਾ। ਸਾਡੇ ਹੁਕਮਾਂ ਦੇ ਨਾਲ ਤੁਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਯਾਦ ਕਰਕੇ ਸੰਗਤ ਨੂੰ ਵੀਰ ਰਸ ਦੇ ਲਈ ਉਸ ਜੁਝਾਰੂ ਬਿਰਤੀ ਦੇ ਲਈ ਪ੍ਰੇਰਿਤ ਕਰਦੇ ਰਹਿਣਾ। ਇਸ ਗੱਲ ਨੂੰ, ਸਾਰੀ ਹੀ ਗੱਲ ਨੂੰ ਉਹਨਾਂ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੰਨੀ ਪਾਇਆ। ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਸਾਰਾ ਗਿਆਤ ਹੋ ਗਿਆ ਕਿ ਮਹਾਰਾਜ ਉਸ ਕੈਦ ਵਿੱਚ ਚਲੇ ਗਏ ਨੇ ਜਿੱਥੋਂ ਆਮ ਬੰਦਾ ਮੁੜ ਕੇ ਵਾਪਸ ਨਹੀਂ ਆ ਸਕਦਾ, ਹੁਣ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਅਤੀਤ ਸਿੱਖ, ਮਹਾਨ ਸਿੱਖ ਸਾਧੂ ਬਾਬਾ ਬੁੱਢਾ ਸਾਹਿਬ
जिन्हां ने 113 साल गुरु घर की सेवा की। 1518 तो लैकर के सन 1539 ईस्वी तक 21 साल धन गुरु नानक पातशाह की सेवा। 1539 तो लैके 1552 ईस्वी तक 13 साल गुरु अंगद देव महाराज जी की सेवा। 1552 तो लैके 1574 ईस्वी तक 22 साल गुरु अमरदास महाराज जी की सेवा। 1574 तो लैके 1581 तक 7 साल गुरु रामदास पातशाह जी की सेवा। 1581 तो लेकर के सन 1606 तक 25 साल गुरु अर्जन देव पातशाह जी की सेवा। 1606 तो लैके सन 1631 ईस्वी तक 25 साल धन गुरु हरगोबिंद पातशाह महाराज जी की सेवा। ते 6 गुरु साहबान दे गुरु रूप विच दर्शन दीदार ते गुरु तेग बहादुर महाराज ते गुरु हरराय पातशाह जी दे बाल रूप विच दर्शन दीदार बाबा बुड्ढा साहब ने कीते। महान सिख बाबा बुड्ढा साहब जी दे कोल इह गल पुजी। उन्होंने आख्या कि महाराज जी दी इस कैद दा रोह हरेक सिख मात्र दे हिरदे दे विच उकरना चाहिए। पंजाब दे पिंड पिंड दे विच गल पुजनी चाहिए है। बाबा बुड्ढा साहब जी ने धन गुरु हरगोबिंद पातशाह नूं याद करके सिख कौम दे मसंदां दे राहीं जिथे जिथे भी सिख कौम वसदी सी सारी सिख संगत नूं श्री अकाल तख्त साहब इकत्तर होण दा हुक्म बख्शिश कीता। संगतां ने हुक्म जी जान तो मन करके इकत्तरता की। बाबा बुड्ढा साहब जी ने पखावज गल विच पाया। उस समय सिक्खी दा निशान भाई गुरदास जी ने अपने मोढे ते चुकिया, हाथ विच फड़िया। नगारचियां ने नगारे वजाए। बाबा बुड्ढा साहब ने गुरु अर्जन देव महाराज जी की बाणी दे शब्द पढ़े ते सब तो पहली बार शब्द चौंकी श्री दरबार साहब की हदूद अंदर परिक्रमा की गई सचखंड श्री हरमंदर साहब की। फिर श्री अमृतसर शहर की परिक्रमा की गई। फिर समुचे इन्हां छोटे छोटे जथे बना करके शब्द चौंकियां दे पंजाब दे पिंडां पिंडां विच भेजे गए जिथे सिख वसदे सन। इस तो बाद जदों पिंड पिंड दे विच सतगुरां दी इस कैद होण दा पता सिखां नूं लगा, वड्डा हजूम बना करके वड्डी शक्ल दे विच एक जलूस दी शक्ल दे विच जलाओ दी शक्ल दे विच शब्द चौंकी अमृतसर साहब तो ग्वालियर रवाना हुई। ग्वालियर पहुंच करके किले दी कंध नूं नमस्कार कीती, परिक्रमा कीती। गुरु हरगोबिंद पातशाह दा ध्यान धर के सिख वापस मुड़ आए। इन्हां वैरियां ने जिन्ना सतगुरां नूं कैद किया, हुकूमत दे करिंदियां ने रोकण दा भी यतन किया, पर वो अतीत सिख बाबा बुड्ढा साहब दा प्रभाव उन्हां दा तप तेज इन्ना सी कि ये प्रचार विहीर शब्द चौंकी रोक ना सकी। हुण इधर जदों पंजाब दे पिंड पिंड विच इतिजाज फैल गया, मुर्तजा खान दा रोब कुल मिला करके जीरो मात्र रह गया, छिन मात्र भी मिट्टी दी धूड़ जिन्ना भी ना रह गया। ते उस समय पंजाब दे रहन वाले वड्डे वड्डे फकीर जिन्हां विचों साईं मियां मीर, जिन्हां विचों दिल्ली दा रहन वाला ख्वाजा निजामुद्दीन औलिया, ते इस समय दे दौरान बादशाह जहांगीर जिन्हें खुद पंजाब दी विगड़दी हुई हालत देखी ते एक बेगुनाह पैगंबर नूं धन गुरु हरगोबिंद पातशाह महाराज जी नूं कैद करन दा पाप उहदे दिमाग अते दिल उपर हावी हो गया। इस पाप तो निजात पाउण वास्ते हुण ओह की करदा है, अपनी छोटी बेगम नूर जहां दे हत्थों शराबां पींदा। उन्हें अपनी स्वै जीवनी तुझके जहांगीरी विच गल लिखी कि मैं नूर जहां दे हत्थों एक प्याले शराब दे बदले, क्योंकि तुझके जहांगीरी फारसी च है, पंजाबी दा अनुवाद 6 महीने पहला हो चुका है, बाजार चों मिल जांदा। उन्हें लिखिया कहंदा मैं अपनी बेगम नूर जहान दे हत्थों एक प्याले शराब दे बदले अपना राज भी दे सकदा। ये हालत हो चुकी सी जहांगीर दी। हुण ओनू रात सुपने आउंदे डरावने। महाकवि संतोख सिंह ने लिखिया कहंदे सतगुरां दे 5 हजूरी सिखां दे विचों भाई जेठे ने शेर दा रूप धारिया ते शेर दा रूप धारण करके बादशाह जहांगीर नूं सुपने दे विच डराया, ओदी छाती ते भार पाया, ओदी छाती ते भार पा के आख्या तू एक संत नूं सताया, तेरा अंत माड़ा होवेगा। अपनी खैर चाहना, अपने राज की जड़ पहुंचाना चाहना ते ग्वालियर दे किले विचों महान आत्मा नूं रिहा कर दे। आओ तकीए बादशाह जहांगीर ने जदों डिठा पंजाब दे पिंड पिंड दे विच रोह फैल चुका है। पंजाब तो अलावा गैर सिख, गैर मुसलमान अते इतिहाद वड्डे वड्डे पीरां फकीरां संतां औलियां दे दिलां दे विच भी छेवें सतगुरां दी कैद दा रोस फैल चुका है। बादशाह जहांगीर नूं हुण दिन विच चैन ते रात नूं नींदर ना पए। ओदी हालात की सन, ओदे हाल की सन, किवें ओनूं सुपने दे विच आ करके ओदे पाप डराउंदे ते कंबाउंदे सन। ढाडी जथा इउं बिन करे
ਸੁਲਤਾਨ ਨੂੰ ਡਰ ਰਾਤੀ ਆਇਆ। ਹੋ ਜੰਗਲ ਦੇ ਵਿੱਚ ਸ਼ੇਰ ਨੇ ਜਵਾਨ ਦਬਾਇਆ। ਸ਼ੇਰ ਨੇ ਜਵਾਨ ਦਬਾਇਆ। ਹੋ ਬਾਜ ਆਈ ਤੂੰ ਬਾਦਸ਼ਾਹ ਕੋਈ ਬਲੀ ਦੁਖਾਇਆ। ਆਈ ਤੂੰ ਬਾਦਸ਼ਾਹ ਕੋਈ ਬਲੀ ਦੁਖਾਇਆ। ਹੋ ਬੰਦੀ ਅੰਦਰ ਬੇਗੁਨਾਹ ਕੋਈ ਸਾਧੂ ਪਾਇਆ। ਬੰਦੀ ਅੰਦਰ ਬੇਗੁਨਾਹ ਕੋਈ ਸਾਧੂ ਪਾਇਆ। ਓਏ ਉਬੜਵਾ ਹੈ ਉੱਠਿਆ ਅਕਬਰ ਦਾ ਜਾਇਆ। ਬੜਵਾ ਹੈ ਉੱਠਿਆ ਅਕਬਰ ਦਾ ਜਾਇਆ। ਸੋਚਾਂ ਦੇ ਵਿੱਚ ਪੈ ਗਿਆ ਚਿਹਰਾ ਕੁਮਲਾਇਆ। ਉਸ ਵਕਤ ਦੇ ਉਸ ਸਮੇਂ ਦੀ ਲੋਕਾਈ ਦੇ ਵੱਲੋਂ ਸਮਝੇ ਜਾਂਦੇ ਮਹਾਨ ਪ੍ਰਤਾਪੀ ਬਾਦਸ਼ਾਹ, ਸਾਡੇ ਵੱਲੋਂ ਮਹਾਨ ਨਹੀਂ, ਉਸ ਸਮੇਂ ਦੇ ਦੌਰਾਨ ਮੁਗਲਾਂ ਦੇ ਰਾਜ ਵਿੱਚ ਵਸਣ ਵਾਲੇ ਗੈਰ ਸਿੱਖ ਤੇ ਗੈਰ ਹਿੰਦੂਆਂ ਦੇ ਵੱਲੋਂ ਸਮਝੇ ਜਾਂਦੇ ਇਸ ਪ੍ਰਤਾਪੀ ਬਾਦਸ਼ਾਹ ਜਿਸ ਦਾ ਨਾਮ ਜਹਾਂਗੀਰ, ਜਿਹਦੇ ਆਪੋ ਅਜਦਾਦ 3 ਪੀੜ੍ਹੀਆਂ ਤੋਂ ਇਸ ਹਿੰਦੁਸਤਾਨ ਦੀ ਸਰਜ਼ਮੀਨ ਤੇ ਕਾਬਜ ਸਨ, ਜਿਹਦੇ ਆਪੋ ਅਜਦਾਦ ਦਾ ਤੇ ਇਸ ਜਹਾਂਗੀਰ ਦਾ ਕਾਬਲ ਤੋਂ ਲੈ ਕਰਕੇ ਤੇ ਪੂਰਬ ਦੇ ਇਸ ਹਦੂਦ ਤੱਕ ਜਿਸ ਦਾ ਹੁਕਮ ਚੱਲਦਾ ਸੀ, ਜਿਸ ਦਾ ਰਾਜ ਸਥਾਪਿਤ ਸੀ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਇਸ ਮਹਾਨ ਕੌਮ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸ ਮਹਾਨ ਕੌਮ ਜਿਸ ਨੂੰ ਭਾਈ ਸੱਤਾ ਤੇ ਬਲਵੰਡ ਨੇ ਰਾਜ ਆਖਿਆ। ਨਾਨਕ ਰਾਜ ਚਲਾਇਆ ਸਚਕੋਟ ਸਤਾਨੀ ਨੀਵਦ ਹੈ। ਇਸ ਰਾਜਸੀ ਕੌਮ ਨੇ ਜੀਣਾ ਹਰਾਮ ਕਰ ਦਿੱਤਾ ਸੀ। ਉਹਦੀ ਮਾਨਸਿਕ ਦਸ਼ਾ ਤੇ ਉਹਦੀ ਉਸ ਸਮੇਂ ਦੀ ਅਧਿਆਤਮਿਕ ਦਸ਼ਾ ਦਾ ਵਰਣਨ ਢਾਡੀ ਸਿੰਘਾਂ ਨੇ ਆਪ ਜੀ ਦੇ ਨਾਲ ਕੀਤਾ। ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦੀ ਇਹ ਦਸ਼ਾ ਅਤੇ ਦਿਸ਼ਾ ਸੀ, ਦੂਸਰੇ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਵੱਡਾ ਕਾਰਨ ਪਾਪੀ ਚੰਦੂਓ ਦੀ ਦਸ਼ਾ ਕੀ ਸੀ? ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਮਾਰਨ ਦੀਆਂ ਗੋਂਦਾਂ ਗੁੰਦ ਰਿਹਾ ਸੀ। ਉਹਨੇ ਇਸੇ ਹੀ ਸਮੇਂ ਦੇ ਦੌਰਾਨ ਇੱਕ ਗੋਂਦ ਗੁੰਦੀ। ਕੁਝ ਲੇਖਕਾਂ ਨੇ ਜ਼ਿਕਰ ਕੀਤਾ ਕਿ ਚੰਦੂ ਨੇ ਹਰੀ ਰਾਮ ਦਰੋਗੇ ਦੇ ਰਾਹੀਂ 6ਵੇਂ ਸਤਿਗੁਰਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪਣੀ ਕਿਤਾਬ ਗੁਰ ਭਾਰੀ ਦੇ ਵਿੱਚ ਜ਼ਿਕਰ ਕੀਤਾ ਕਿ ਉਸ ਚੰਦੂ ਨੇ ਇੱਕ ਪੋਸ਼ਾਕ ਤਿਆਰ ਕਰਵਾਈ, ਆਪਣੇ ਆਪ ਵਿੱਚ ਢੋਂਗ ਰਚਾਇਆ ਕਿ ਮੈਂ 6ਵੇਂ ਸਤਿਗੁਰਾਂ ਦਾ ਸ਼ਰਧਾਲੂ ਹਾਂ।
ਉਹਨਾਂ ਨੂੰ ਮੈਂ ਕੋਈ ਭੇਂਟ, ਕੋਈ ਵਸਤੂ ਭੇਂਟ ਕਰਨਾ ਚਾਹੁੰਦਾ। ਉਹਨੇ ਇੱਕ ਪੋਸ਼ਾਕ ਤਿਆਰ ਕਰਵਾਈ ਜਿਹਨੂੰ ਜ਼ਹਿਰ ਦੇ ਨਾਲ ਲੱਥਪੱਥ ਕੀਤਾ। ਉਹ ਜ਼ਹਿਰ ਜਿਹੜਾ ਖਾਣ ਦੇ ਵਿੱਚ ਤਾਂ ਚਾਹੇ ਜ਼ਹਿਰੀਲਾ ਘੱਟ ਹੈ, ਪਰ ਜਿਸਮ ਦੇ ਸੰਪਰਕ ਵਿੱਚ ਆਉਣ ਕਰਕੇ ਜਿਸਮ ਉੱਪਰ ਬਣੇ ਹੋਏ ਸੁਰਾਗਾਂ ਦੇ ਰਾਹੀਂ ਖੂਨ ਦੇ ਅੰਦਰ ਧੱਸ ਜਾਂਦਾ ਤੇ ਉਸ ਸੰਬੰਧਿਤ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦਾ। ਚੰਦੂ ਨੇ ਇਹ ਗੋਂਦ ਗੁੰਦੀ, ਅਜਿਹੀ ਪੋਸ਼ਾਕ ਸਵਾ ਕਰਕੇ ਉਸ ਨੂੰ ਜ਼ਹਿਰ ਦੇ ਨਾਲ ਲੱਥਪੱਥ ਕਰਕੇ ਗਵਾਲੀਅਰ ਪਹੁੰਚਾਈ। ਵਿੱਚ ਇੱਕ ਚਿੱਠੀ ਧਰੀ ਕਿ ਇਸ ਸਿੱਖਾਂ ਦੇ ਗੁਰੂ ਹਰਗੋਬਿੰਦ ਨੂੰ ਇਹ ਜੋ ਪੋਸ਼ਾਕ ਹੈ ਪਹਿਨਾਈ ਜਾਏ। ਇਹ ਚਿੱਠੀ ਲੱਗ ਗਈ ਦਰੋਗੇ ਹਰੀਦਾਸ ਦੇ ਹੱਥ। ਉਹ ਦਰੋਗਾ ਹਰੀਦਾਸ ਗੁਰੂ ਪਾਤਸ਼ਾਹ ਦਾ ਸ਼ਰਧਾਲੂ ਸੀ। ਚਿੱਠੀ ਪੜ੍ਹਦਿਆਂ ਸਾਰ ਹੀ ਅੱਖਾਂ ਦੇ ਵਿੱਚੋਂ ਖੂਨ ਉਤਰ ਆਇਆ। ਛੇਵੇਂ ਸਤਿਗੁਰਾਂ ਨੂੰ ਉਹਨਾਂ ਦੇ ਵਿਰੋਧੀ ਚੰਦੂ ਦੀ ਸਾਰੀ ਕਰਤੂਤ ਦਾ ਜ਼ਿਕਰ ਹਰੀਦਾਸ ਦਰੋਗੇ ਨੇ ਸੁਣਾਇਆ, ਪਰ ਨਿਰਭਉ ਤੇ ਨਿਰਵੈਰ ਛੇਵੇਂ ਸਤਿਗੁਰੂ ਮਹਾਰਾਜ ਅਡੋਲ ਚਿਤਰੇ। ਉਧਰ ਬਾਦਸ਼ਾਹ ਜਹਾਂਗੀਰ ਦੇ ਇਸ ਸਮੁੱਚੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੈ। ਉਹਦੀ ਇਸ ਦਿਨ ਦੇ ਚੈਨ ਅਤੇ ਰਾਤਾਂ ਦੀ ਹਰਾਮ ਹੋਈ ਨੀਂਦ ਨੂੰ ਵੇਖ ਕਰਕੇ ਉਹਦੀ ਛੋਟੀ ਬੇਗਮ ਨੂਰ ਜਹਾਨ ਨੇ ਇੱਕ ਮਤਾ ਪਕਾਇਆ ਕਿ ਕਿਉਂ ਨਾ ਜਿਹੜੇ ਸਾਈਂ ਮੀਆਂ ਮੀਰ ਦੀ ਮੈਂ ਸ਼ਰਧਾਲੂ ਹਾਂ, ਜਿਸ ਸਾਈਂ ਮੀਆਂ ਮੀਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਮਾਨ ਬਖਸ਼ਿਸ਼ ਕੀਤਾ, ਕਿਉਂ ਨਾ ਉਸ ਸਾਈਂ ਮੀਆਂ ਮੀਰ ਦੇ ਕੋਲ ਜਾ ਕਰਕੇ ਇਹ ਆਪਣੇ ਇਸ ਬਾਦਸ਼ਾਹ ਦੀ ਖਾਤਰ ਵਾਸਤੇ, ਉਹਦੀ ਇਸ ਅਰੋਗਤਾ ਵਾਸਤੇ ਕੋਈ ਨਾ ਕੋਈ ਉਪਾਅ ਕਰਾਂ। ਹੁਣ ਉਸ ਸਾਈਂ ਮੀਆਂ ਮੀਰ ਲਾਹੌਰ ਤੋਂ ਚੱਲੇ। ਲਾਹੌਰ ਤੋਂ ਚੱਲ ਕਰਕੇ ਉੱਥੇ ਦਿੱਲੀ ਪੁੱਜੇ। ਉੱਥੋਂ ਹਜ਼ਰਤ ਨਿਜ਼ਾਮੂਦੀਨ ਔਲੀਆ ਨੂੰ ਨਾਲ ਲਿਆ। ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਤੇ ਆ ਕਰਕੇ ਬਾਦਸ਼ਾਹ ਜਹਾਂਗੀਰ ਅਤੇ ਨੂਰ ਜਹਾਂ ਉੱਥੇ ਆ ਕਰਕੇ ਮਿਲੇ। ਹੁਣ ਸਾਈਂ ਮੀਆਂ ਮੀਰ ਜੀ ਨੇ ਇੱਥੇ ਆਖਿਆ ਕਿ ਬਾਦਸ਼ਾਹ ਤੇਰੇ ਰੋਗ ਦਾ ਕਾਰਨ ਇਹ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਤੇ ਗੁਰੂ ਨਾਨਕ ਦੀ ਉਸ ਮਹਾਨ ਗੱਦੀ ਦੇ ਜ਼ਾਹਰੇ ਅਵਤਾਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਤੂੰ ਕੈਦ ਕੀਤਾ। ਆਪਣੀ ਖੈਰ ਚਾਹੁੰਦਾ ਤੇ ਛੇਵੇਂ ਸਤਿਗੁਰਾਂ ਨੂੰ ਰਿਹਾ ਕਰ। ਤੈਨੂੰ ਇੱਕ ਪਤੇ ਦੀ ਗੱਲ ਦੱਸਾਂ, ਜਦੋਂ ਵੀ ਕਿਤੇ ਸ਼ਾਮ ਨੂੰ ਜਦੋਂ ਵੀ ਮੈਂ ਉਸ ਅੱਲਾ ਦੇ ਵਿੱਚ ਆਪਣੀ ਸੁਰਤ ਜੋੜਦਾ ਤੇ ਇਸ ਜੁੜੀ ਹੋਈ ਸੁਰਤ ਦੇ ਨਾਲ ਜਦੋਂ ਮੈਂ ਅੱਲਾ ਦੀ ਦਰਗਾਹ ਵਿੱਚ ਪਹੁੰਚਦਾ ਤੇ ਮੈਂ ਅੱਲਾ ਦੀ ਦਰਗਾਹ ਵਿੱਚ ਇਹ ਮਹਾਨ ਸਤਿਗੁਰੂ ਦਾ ਦੀਦਾਰ ਕਰਦਾ। ਮਹਿਮਾ ਪ੍ਰਕਾਸ਼ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਇਸ ਮਹਾਨ ਸਤਿਗੁਰੂ ਦਾ ਮੈਂ ਦੀਦਾਰ ਕਰਦਾ। ਹੁਣ ਬਾਦਸ਼ਾਹ ਜਹਾਂਗੀਰ ਦਾ ਅੰਦਰੋਂ ਮਨ ਨਾ ਮੰਨੇ, ਕਿਉਂਕਿ ਰਾਜਨੀਤਿਕ ਇਨਸਾਨ ਕਦੇ ਵੀ ਅਧਿਆਤਮਿਕਤਾ ਦੇ ਵਸ ਪੈ ਕਰਕੇ ਪੂਰਾ 100% ਜਾਂ ਕਹਿ ਲਓ ਕਿ 100% ਕਦੇ ਵੀ ਆਪਣੀ ਬਿਰਤੀ ਨੂੰ ਉਲਾਰ ਨਹੀਂ ਕਰ ਸਕਦਾ। ਉਹਦਾ ਮੱਥਾ ਤਾਂ ਠਣਕਿਆ, ਪਰ ਉਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਰਿਹਾ ਕਰਨ ਦਾ ਮਨ ਤਾਂ ਬਣਾਇਆ। ਸਾਈਂ ਮੀਆਂ ਮੀਰ ਦੇ ਕਹਿਣ ਉੱਪਰ ਉਸ ਨੇ ਆਪਣੇ ਦਰੋਗਿਆਂ ਦੇ ਰਾਹੀਂ ਗਵਾਲੀਅਰ ਦੇ ਕਿਲੇ ਵਿੱਚ ਹੁਕਮ ਭਿਜਵਾ ਦਿੱਤਾ ਕਿ ਛੇਵੇਂ ਸਤਿਗੁਰੂ ਨੂੰ ਰਿਹਾ ਕਰ ਦਿੱਤਾ ਜਾਵੇ। ਜਦੋਂ ਇਹ ਖਬਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪੁੱਜੀ, ਸਤਿਗੁਰਾਂ ਨੇ ਆਖਿਆ ਮੈਂ ਇਕੱਲਾ ਰਿਹਾ ਨਹੀਂ ਹੋਵਾਂਗਾ। ਜਿਹੜੇ ਇੱਥੇ ਸਾਡੇ ਨਾਲ ਇਸੇ ਹੀ ਦੇਸ਼ ਦੀ ਪ੍ਰਜਾ ਤੇ ਸਾਡੇ ਨਾਲ ਬੇਗੁਨਾਹ ਕੁਝ ਰਾਜੇ, ਕੁਝ ਅਹਿਲਕਾਰ, ਜਿਨ੍ਹਾਂ ਨੇ ਹਕੂਮਤ ਦਾ ਕੁਝ ਵਿਗਾੜਿਆ ਵੀ ਨਹੀਂ, ਜਿਨ੍ਹਾਂ ਨੇ ਆਪਣੇ ਸਰੋਕਾਰਾਂ ਦੇ ਤਹਿਤ ਚਾਹੇ ਹਕੂਮਤ ਦਾ ਬਾਗੀਪੁਣਾ ਕੀਤਾ ਹੋਵੇ, ਉਹਨਾਂ ਨੂੰ ਵੀ ਰਿਹਾ ਕਰਨਾ ਮੈਂ ਲੋਚਦਾ ਹਾਂ। ਛੇਵੇਂ ਸਤਿਗੁਰਾਂ ਨੇ ਇਸ ਪਰਵਾਨੇ ਦਾ, ਇਸ ਅਹਿਦ ਦਾ ਵਾਪਸ ਜਵਾਬ ਭੇਜ ਦਿੱਤਾ, ਇਕੱਲੇ ਰਿਹਾ ਨਹੀਂ ਹੋਵਾਂਗੇ, ਬਾਕੀ ਰਾਜਿਆਂ ਨੂੰ ਵੀ ਰਿਹਾ ਕਰਵਾਵਾਂਗੇ। ਹੁਣ ਇਹਦੇ ਜਵਾਬ ਦੇ ਵਿੱਚ ਇੱਕ ਗੋਲਮੋਲ ਖਤ ਤੇ ਗੋਲਮੋਲ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਇੱਕ ਪਰਵਾਨਾ ਜਹਾਂਗੀਰ ਨੇ ਭੇਜਿਆ। ਉਹਦੇ ਉੱਪਰ ਲਿਖਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਦੋ, ਪੜ੍ਹ ਕੇ ਸੁਣਾ ਦੋ ਕਿ ਜਿੰਨੇ ਰਾਜੇ, ਜਿੰਨੇ ਕੈਦੀ ਉਹਨਾਂ ਦਾ ਪੱਲਾ ਫੜ ਕੇ ਨਿਕਲ ਸਕਦੇ ਨੇ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਜਦੋਂ ਗਿਣਤੀ ਕੀਤੀ ਤੇ ਇਹਨਾਂ ਕੈਦੀਆਂ ਦੀ ਗਿਣਤੀ 52 ਨਿਕਲੀ, ਜਿਨ੍ਹਾਂ ਦੇ ਵਿੱਚੋਂ ਕੁਝ ਰਾਜਪੂਤਾਨੇ ਦੇ ਰਾਜੇ ਸਨ, ਸਾਰੇ ਹੀ ਰਾਜੇ ਨਹੀਂ ਸਨ। ਕੁਝ ਰਾਜਪੂਤਾਨੇ ਦੇ ਰਾਜੇ ਸਨ, ਕੁਝ ਰਾਜਿਆਂ ਦੇ ਅਹਿਲਕਾਰ ਸਨ, ਕੁਝ ਰਿਆਸਤਾਂ ਦੇ ਸੈਨਾਪਤੀ ਸਨ, ਜਿਨ੍ਹਾਂ ਦੇ ਵਿੱਚੋਂ ਕਹਿਲੂਰਪਤੀ ਤਾਰਾ ਚੰਦ ਅਤੇ ਹੰਡੂਰ ਨਾਲਾਗੜ੍ਹਪਤੀ ਹਿੰਮਤ ਚੰਦ ਦਾ ਜ਼ਿਕਰ ਵਾਰ-ਵਾਰ ਆਉਂਦਾ, ਬੜੇ ਹੀ ਹੁਲਾਸ ਨਾਲ ਆਉਂਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਦ ਬੰਦੀ ਇਹਨਾਂ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਇਸ ਘਟਨਾ ਨੂੰ ਬੜੇ ਸੁੰਦਰ ਤਰੀਕੇ ਨਾਲ ਬਿਆਨ ਕਰਦੇ ਨੇ। ਕਹਿੰਦੇ ਜਦੋਂ ਸਤਿਗੁਰਾਂ ਨੇ ਕੈਦੀਆਂ ਦੀ ਗਿਣਤੀ ਕੀਤੀ ਤੇ ਗਿਣਤੀ ਨਿਕਲੀ 52, ਤੇ ਇਸ ਕਿਲੇ ਦੇ ਅੰਦਰ ਹੀ ਜੋ ਇੱਕ ਕਾਰੀਗਰ ਸੀ ਜੋ ਚੋਲੇ ਸੀ ਲੈਂਦਾ ਸੀ, ਸਤਿਗੁਰਾਂ ਨੇ ਉਸ ਕਾਰੀਗਰ ਦੇ ਤਹਿਤ ਰਾਤੋਂ ਰਾਤ ਹੀ ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ। ਪ੍ਰਿੰਸ ਗਿਆਨੀ ਸੰਤੋਖ ਸਿੰਘ ਜੀ, ਮਹਾਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਅਨੁਸਾਰ ਹਵਾਲਾ ਇਹ ਹੈ ਕਿ ਉਸ ਚੋਲੇ ਦੀਆਂ ਜੋ ਕਲੀਆਂ ਸਨ ਉਹ ਕੁੱਲ ਮਿਲਾ ਕਰਕੇ 50 ਸਨ। ਉਹ ਦਰੋਗੇ ਹੱਸੇ
कि सतगुर जी कलियां ते 50 ने, 50 राजे कलियां फड़ लैणगे ते हुण बाकी 2 राजे किधर जाणगे। उन्हां दोवां ने चीक चिहाड़ा पाया, पिट दुहाई पाई, सतगुरु सानू छड्ड के ना जायो। कहंदे जे उस चोले नू जदों सतगुरु महाराज ने अपनी छाती दा ताण ला करके कसिया ते जो छाती वाले पासे जो तणियां सन उन्हां तणियां नू 2 राजियां ने फड़िया ते गिणती 52 मुकम्मल हुई। कुल मिला करके 52 राजे धन गुरु हरगोबिंद पातशाह महाराज जी ने रिहा करवाए। आओ तकीए महान सतगुरु गुरु हरगोबिंद पातशाह महाराज जी की शान। सतगुरां दा डलकवां मत्था, मोटे मोटे नेत्र, चौड़ी छाती, भरवां जुस्सा, धन गुरु हरगोबिंद पातशाह महाराज जी का बुलंद कद ते सतगुरां ने जद चोला पहनिया ते सकार अकाल पुरख का स्वरूप धन गुरु हरगोबिंद पातशाह महाराज जिन्हां दा रोह देख करके सारे ही उस जेल दे अहलकारां ने पातशाह जी नू नमस्कार कीती, अदब अपना प्रगट किया। आओ तकीए ओ महान जोज 52 राजे सतगुरां दा जामा पकड़ करके जिवें रिहा होए। बंदी छोड़ दाते दी उस्तत दे विच सारे ही जहान ने दाते दा जस जिवें गाया, ढाडी जथा समुचा प्रकरण इउं बिने कर।
सतगुरु गुरु हरगोबिंद साहिब सच्चे पातशाह महाराज जी ने 52 कैदी और राजे सतगुरां ने रिहा करवाए, बंदी छोड़ दाते धन गुरु हरगोबिंद पातशाह महाराज जी नूं क्या जान लगा समुचे ही जहान वल्लों। 27 महीने सतगुरु गुरु साहिब छेवें सतगुरु महाराज जी ग्वालियर के किले विच कैद रहे। जेकर समतावली के हिसाब नाल गल करिए ते 1609 ईस्वी नूं श्री अकाल तख्त साहब की संरचना हुई, सिरजना संपूर्ण हुई ते कुल मिलाकर के अगस्त 1610 ईस्वी के अगस्त महीने सतगुरु छेवें पातशाह महाराज जी ग्वालियर के किले विच कैद हुए अते सन 1612 ईस्वी के अक्तूबर महीने के अंत के दौरान सतगुरु महाराज ग्वालियर के किले विचों रिहा हुए। कुल मिलाकर के 27 महीने जो 2 साल ते 3 महीने का समा है, ये 27 महीने का समा बनता है। सतगुरु गुरु हरगोबिंद पातशाह महाराज जदों किले दे विचों रिहा होए ते साध संगत जी आगरे दे मुकाम उपर छेवें सतगुरु महाराज जी की मुलाकात बादशाह जहांगीर दे नाल हुई। इत्थे ही एक घाही दी साखी वाला वरतारा वापरिया जदों एक गरीब घाही गुरु हरगोबिंद पातशाह महाराज जी दी सामने घा दी पंड भेटा लिया करके धरदा, इत्थे ही घाही वाला जो वरतारा है वह वापरिया। कुछ इतिहासकारां ने लिखिया है कि बादशाह जहांगीर इत्थों ही पंजाब वाल नूं छेवें सतगुरां दे नाल जो उसने चाले पाए, पर 1619 ईस्वी तक बादशाह जहांगीर पंजाब नहीं आया। यह प्रिंसीपल सतबीर सिंह जी का कहना है। अपना लम्मा पंध मका करके सतगुर जी ग्वालियर तो आगरे ते आगरे तो गुरु हरगोबिंद पातशाह साहिब सच्चे पातशाह महाराज जी पंजाब पुजे। श्री अमृतसर साहब की धरती ते आए। सतगुरां दे आउण उपर महाराज जी की सिख संगत ने दीपमाला की, खुशियां मनाइयां ते साध संगत जी कुछ समा संगतां दीयां अखां नूं दीदार दर्शन दीदार दे करके संगतां दीयां अखां नूं दर्शन दीदार दे करके सतगुरु हुण लाहौर वाल नूं रवाना होए, क्योंकि साईं मियां मीर दे सुनेहे आ रहे सन। लाहौर दी सदर कीता आओ भगत कीती। इत्थे साईं मियां मीर जी दे कोल होर भी कई औलिए, कई धर्मात्मा, कई नाथ, कई जोगी सतगुरां दे दर्शन परसन वास्ते आए। इसे समय दे दौरान लाहौर दा दीवान चंदू जिसने बाबा बिधि चंद जी ने बाबा बिधि चंद जी ने एक समय लाहौर दी जू विच लिया आंदा। इस चंदू नूं देख करके संगत दा रोह जागिया ते रोह विच आई हुई उस सिख संगत ने चंदू नूं धौणों फड़िया, ओदी नक विच नकेल पाई, ओनू गलियां बाजारां दे विच फेरिया, हरेक घर दे अगे ओनू फेर करके कौडियां उगराइयां गईयां। जदों ये दीवान चंदू भाई गुरदित्ते दे घर अगे पुज्जा, ओने ओही कड़छा जिहदे नाल गुरु अर्जन देव पातशाह महाराज जी दे सीस उपर रेत पई सी, उस ही कड़छे दे नाल इस पापी चंदू दा संघार कर दिता, उसका अंत कर दिता। ये पापी चंदू भी अपने अंजाम ते पुज्जा। ग्वालियर तो रिहा हो करके पातशाह जी दी जदों आगरे विखे ये अंतिम मुलाकात जहांगीर दे नाल होई, उदों जहांगीर ने कसास वजों चंदू नूं सतगुरां दे हवाले सौंप दिता। आप बेगुनाह होण दा ढोंग कीता, पर सतगुरु महाराज ने बादशाह जहांगीर नूं कदे भी बेगुनाह नहीं पाया। महाराज जहांगीर दे पाप जाणदे सन कि जिन्ना गुरु अर्जन देव महाराज जी की शहादत विच भाईवाल शेख अहमद सरहदी है, जिन्ना भाईवाल शेख फतेह, जिन्ना भाईवाल शेख फरीद बुखारी मुर्तजा खान, जिन्ना भाईवाल मुहम्मद बाकी बिल्ला या जिन्ना भाईवाल चंदू है, उन्ना ही भाईवाल जहांगीर भी है। इस करके इहदे इस जुल्मां नूं, इहदे इस मगरमच्छ दे हंझुआं नूं, इहदे हाथी दे इन्हां दंदां नूं अखों परोखे नहीं किया जा सकता। पातशाह महाराज जी नूं कसास वजों चंदू उसने अर्पण किया। सिखां ने उहदी नक विच नकेल पा करके उसका अंत कर दिता। ये विशा ढाडी जथे नूं प्राप्त होया सी कि धन गुरु हरगोबिंद पातशाह महाराज जी का बंदी छुड़दा ते अखवाउण दा ओह महान चोज अते उस पापी चंदू का अंत ये संगत के सन्मुख पेश किया जाए, संगत की खिदमत दे विच हाजिर किया जाए। सो समा समाप्त है। आओ साध संगत जी, जिन्हें सत संगी जना ने इतिहास के सत्कार विच माया अर्पण की है, समुचे सत संगी जना की चढ़दी कला वास्ते अरदास करिए। बहुत ही सत्कारयोग ज्ञानी मिल्खा सिंह जी मौजी, जिन्हों ने गुरु के ढाडी जान करके ढाडी जथे नूं सन्मान अर्पण किया। आओ ज्ञानी दिलबाग सिंह जी पंघाली, तिन्हां दे वल्लों भी ढाडी जथे नूं सन्मान पुजा। साडे तो बाद बहुत ही सत्कारयोग ज्ञानी सतपाल सिंह जी MA, जिन्हां ने आप जी दे नाल दर्शन दीदार आप जी दे करने ने। वीर हरमनदीप सिंह सरंगी मास्टर
तिन्हां दे वल्लों भी गुरु के ढाडी जान करके सन्मान पुज्जा ज्ञानी बलवंत सिंह जी एनो कोट साहब। आओ समुचे सत संगी जना दी चढ़दी कला दी अरदास करिए, कोई भी रसना वांझी ना रहे ते गुरु हरगोबिंद पातशाह महाराज जी दा ध्यान धर के आखो जी, नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह।